तक उस पोस्ट ते रहिंदा। इहदा मतलब हुण जे वो कहिंदे भी सिर्फ इहदा मतलब जी रिकार्ड च हेरा फेरी जो भी आ, हुण जिहड़ा जिहनूं फलैंग ने कहता भी बंदा गलत आ, ਉਹਨੂੰ पर लौंगोवाल प्रधान 18 ਚ, ਇਹਦਾ ਮਤਲਬ ਲੌਂਗੋਵਾਲ ਦੇ ਥਾਪੜੇ ਨਾਲ ਉਹ ਬੰਦਾ ਉੱਥੇ ਬੈਠਾ। ਇਹ ਗੱਲ ਉਹਨਾਂ ਕਹਿ ਦਿੱਤੀ ਕਿ ਉਹਨੂੰ ਲਾਂਭੇ ਕੀਤਾ ਜਾਵੇ, ਪਰ ਕੀਤਾ ਨਹੀਂ। ਇਸ ਦਾ ਮਤਲਬ ਕਿਤੇ ਨਾ ਕਿਤੇ ਉਹਦਾ ਸਿਆਸੀ ਦਬਾਅ ਹੋ ਸਕਦਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਲੌਂਗੋਵਾਲ ਜਵਾਬ ਦੇਵੇ ਵੀ ਲੌਂਗੋਵਾਲ ਜਿਹੜਾ ਉੱਥੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਲਈ ਪ੍ਰਧਾਨ ਬਣਾਇਆ ਸ਼੍ਰੋਮਣੀ ਕਮੇਟੀ ਦਾ, ਤੇ ਉਹ ਫਲੈਂਗ ਰਿਪੋਰਟ ਦੇ ਰਹੀ ਆ ਵੀ ਇਹ ਬੰਦਾ ਗਲਤ ਆ। ਇਹ ਵੀ ਗਲਤ ਆ। 9 ਲੱਖ ਪੌਣੇ 10 ਲੱਖ ਰੁਪਈਆ ਜਿਹੜਾ ਇੱਕ ਸੀਗਾ ਜੱਜ ਸਿੰਘ ਦੂਜਾ ਜਿਹੜਾ ਦੋਸ਼ੀ, ਦੂਜੇ ਨੰਬਰ ਤੇ ਦੋਸ਼ੀ ਆ, ਉਹ ਤੋਂ ਰਸੀਦਾਂ ਦੇ ਪੈਸੇ ਫਲੈਂਗ ਨੇ ਅਕਤੂਬਰ ਮਹੀਨੇ 'ਚ ਉਹ ਤੋਂ ਹਾਸਲ ਕੀਤੇ ਵੀ ਜਿਹੜੇ ਜੇਬ 'ਚ ਪਾਈ ਬੈਠਾ ਸੀਗਾ ਪੌਣੇ 10 ਲੱਖ ਰੁਪਈਆ। ਉਹ ਬੰਦੇ ਨੂੰ ਫਲੈਂਗ ਨੇ ਕਹਿੰਦਾ ਵੀ ਇਹ ਬੰਦਾ ਯੋਗ ਨਹੀਂ ਇਸ ਅਹੁਦੇ ਤੇ ਲਾਉਣ ਦਾ, ਤੇ ਉਹਨੂੰ ਵੀ ਉਸੇ ਅਹੁਦੇ ਤੇ ਸਥਾਪਿਤ ਕੀਤਾ ਹੋਇਆ। ਪੌਣੇ 2 ਲੱਖ ਮੌਜੂਦਾ ਮੌਕੇ ਤੇ ਫੜੇ ਗਏ। ਨਹੀਂ, ਪੌਣੇ 10 ਲੱਖ ਵੀਰ ਜੀ, ਪੌਣੇ 10 ਲੱਖ ਰੁਪਈਆ ਦਾ ਉਹ ਬੰਦਾ ਠੱਗੀ ਮਾਰਦਾ। ਫਲੈਂਗ ਨੇ ਕਾਗਜ਼ਾਂ 'ਚ ਰਿਪੋਰਟ ਦਿੱਤੀ ਹੋਈ ਵੀ ਪੌਣੇ 10 ਲੱਖ ਰੁਪਈਆ ਅਸੀਂ ਬਰਾਮਦ ਕੀਤਾ ਇਹ ਬੰਦੇ ਤੋਂ, ਤੇ ਉਹ ਬੰਦਾ ਫਿਰ ਉਸੇ ਪੋਸਟ ਤੇ ਕੰਮ ਕਰ ਰਿਹਾ। ਹੁਣ ਤੁਸੀਂ ਇਹ ਦੋ ਬੰਦੇ ਜਿਹੜੇ ਪਹਿਲੇ ਤੇ ਦੂਜੇ ਨੰਬਰ ਦੇ ਦੋਸ਼ੀ ਆ, ਇਹਨਾਂ ਨੂੰ ਥਾਪੜੇ ਦਾ ਮਤਲਬ ਲੌਂਗੋਵਾਲ ਦਾ, ਕਿਉਂਕਿ 18 ਚੋਂ ਪ੍ਰਧਾਨ ਲੌਂਗੋਵਾਲ ਆ। ਉਦੋਂ ਰਿਪੋਰਟ ਆ ਗਈ, ਰਿਪੋਰਟ ਆਉਣ ਤੋਂ ਬਾਅਦ ਲੌਂਗੋਵਾਲ ਨੇ ਕੀ ਕਾਰਵਾਈ ਕੀਤੀ ਆ। ਹੁਣ ਇਹਨਾਂ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖਿਆ ਹੋਇਆ, ਤੇ ਹੁਣ ਸਰੂਪ 328 ਸਰੂਪ ਉਸੇ ਰਿਪੋਰਟ ਦੇ ਵਿੱਚ ਲਿਖਿਆ ਵੀ ਕਿੱਥੇ ਗਏ। ਹੁਣ ਲੌਂਗੋਵਾਲ ਬੜੀ ਬੇਸ਼ਰਮੀ ਨਾਲ ਇਹ ਗੱਲ ਕਹਿ ਰਹੇ ਨੇ ਕਿ ਵੀ ਇਹ ਤਾਂ ਜੀ ਕੁਝ ਨਹੀਂ ਹੋਇਆ, ਤਾਂ ਰਿਕਾਰਡ 'ਚ ਹੀ ਹੇਰਾ ਫੇਰਾ, ਜਦ ਕਿ ਜਿਹੜੀ ਰਿਪੋਰਟ ਆ ਅਕਾਲ ਤਖਤ ਸਾਹਿਬ ਵੱਲੋਂ ਜਨਤਕ ਕੀਤੀ ਗਈ ਹੈ, ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਆ, ਉਹ 'ਚ ਲਿਖਿਆ ਵੀ 328 ਸਰੂਪ ਗਏ ਆ, ਪਬਲੀਕੇਸ਼ਨ ਡਿਪਾਰਟਮੈਂਟ 'ਚੋਂ ਛਪ ਕੇ ਗਏ ਆ। ਹੁਣ ਹੋਰ ਛੱਡੋ ਜਿਹੜੇ ਕਿੱਥੇ ਪਤਾ ਨਹੀਂ, ਹਾਂ ਇਹ ਨਹੀਂ ਪਤਾ ਕਿੱਥੇ ਵੀ ਕਿਹੜੀ ਤੁਸੀਂ ਸੰਪਰਦਾ ਨੂੰ ਦਿੱਤੇ ਆ, ਕੀ ਪਤਾ ਕਿੱਥੇ ਗਏ ਨੇ, ਉਹ ਕਿਹੜੇ ਪੰਥ ਦੋਖੀਆਂ ਦੇ ਹੱਥਾਂ ਚਲੇ ਗਏ, ਜਾਂ ਮਤਲਬ ਕਿ ਵੀ ਉਹ ਕੀ ਪਤਾ 100 ਸਾਲਾਂ ਬਾਅਦ ਉਹ ਰਿਕਾਰਡ ਕੱਢਣ, ਕਿਉਂਕਿ ਉਹਦਾ ਸਾਰਾ ਕੁਝ ਤਾਂ ਸ਼੍ਰੋਮਣੀ ਕਮੇਟੀ ਦੀਆਂ ਮੋਹਰਾਂ ਹੈਗੀ, ਉਹਦਾ ਸਾਰੀ ਉਹਦੀ ਕਾਊਂਟਿੰਗ ਕੀਤੀ ਹੋਈ ਸਾਰਾ ਕੁਝ, ਤੇ ਉਹ ਫਿਰ ਆਉਣ ਵਾਲੇ 100 ਸਾਲ ਬਾਅਦ ਉਹ 'ਚ ਕੀ ਪਤਾ ਹੇਰ ਫੇਰ ਕਰਕੇ ਕਿਵੇਂ ਕਹਿਣ ਉਹ ਬੰਦੇ ਵੀ ਆਹ ਦੇਖੋ ਜੀ ਉਸ ਟਾਈਮ ਇਹ ਮਤਲਬ 2020 ਦੇ ਸ਼੍ਰੋਮਣੀ ਕਮੇਟੀ ਛਪਿਆ ਹੋਇਆ, ਫਰਜ਼ ਕਰੋ 100 ਸਾਲ ਬਾਅਦ ਕੱਢਣ। ਜੇਕਰ ਇੰਨੀ ਨਗਹਿਲੀ ਇੱਥੇ ਸਰੂਪ ਛਾਪਣ ਵੇਲੇ ਕੀਤੀ ਜਾ ਸਕਦੀ ਹੈ, ਪ੍ਰਬੰਧਕਾਂ ਵੱਲੋਂ ਕੋਈ ਖਿਆਲ ਨਹੀਂ ਕੀਤਾ ਗਿਆ, ਹੋ ਸਕਦਾ ਜਿਹੜੇ ਪੁਰਾਤਨ ਸਰੂਪ ਜਿਹੜੇ ਗੁੰਮ ਹੁੰਦੇ ਜਾ ਰਹੇ ਨੇ, ਕਿ ਮਿਲ ਨਹੀਂ ਰਹੇ, ਕਿਤੇ ਨਾ ਕਿਤੇ ਹੋ ਸਕਦਾ ਉਹ ਵੀ ਕਿਤੇ ਵੇਚੇ ਜਾ ਰਹੇ ਹੋਣ, ਜਾਂ ਕਿਤੇ ਨਾ ਕਿਤੇ ਲਾਂਭੇ ਕੀਤੇ ਜਾ ਰਹੇ। ਬਿਲਕੁਲ ਵੀ ਜੀ, ਸੰਸਕਾਰ ਦੇ ਨਾਂ ਤੇ, ਪੁਰਾਤਨ ਸਰੂਪਾਂ ਦੇ ਸੰਸਕਾਰ ਦੇ ਨਾਂ ਤੇ ਬਹੁਤ ਵੱਡੇ ਘਪਲੇ ਆ ਜਿਹੜੇ, ਮਤਲਬ ਜਿਹੜੇ ਸਾਡੇ ਪੁਰਾਤਨ ਹੱਥ ਲਿਖਤ ਸਰੂਪ ਆ ਉਹਨਾਂ ਨੂੰ ਮਤਲਬ ਇਕੱਠਿਆਂ ਕਰ ਸਾੜਿਆ ਜਾ ਰਿਹਾ ਸੰਸਕਾਰ ਦੇ ਨਾਂ ਤੇ, ਜਿਹੜੇ ਸਾਡਾ ਖਜ਼ਾਨਾ, ਤੇ ਨਵੇਂ ਸਰੂਪਾਂ ਨੂੰ ਇਦਾਂ ਛਾਪ ਕੇ ਇਹ ਮਤਲਬ ਗਾਇਬ ਕੀਤੇ ਜਾ ਰਹੇ, ਕੀ ਪਤਾ ਕਿੱਥੇ ਦਿੱਤੇ ਜਾ ਰਹੇ, ਕੀ ਉਹਨਾਂ ਦੇ ਵਿੱਚ ਹੋ ਸਕਦਾ ਗੁਰਬਾਣੀ ਛੇੜਛਾੜ ਕਰ ਦੇਣ, ਲਗਾ ਮਾਤਰਾ 'ਚ ਵੱਧ ਘੱਟ ਕਰ ਦੇਣ। ਇਹ ਬੜਾ ਇੱਕ ਮਤਲਬ ਕਹ ਲਓ ਵੀ ਇੱਕ ਮਾੜੀ ਮੋਟੀ ਗੱਲ ਨਹੀਂ ਹੈ ਪੂਰੀ। ਹੁਣ ਇਹ ਤਾਂ ਮਤਲਬ ਗੋਗਲੂਆਂ ਤੋਂ ਮਿੱਟੀ ਝਾੜਨ ਲੱਗੇ ਹੋਏ ਆ, ਇਹ ਮਾੜੀ, ਜਿਵੇਂ ਵੀ ਖੰਡ ਦਾ ਘਪਲਾ, ਗੁੜ ਦਾ ਘਪਲਾ, ਇਹਨੂੰ ਐਂ ਲੱਗਦਾ ਗੁਰੂ ਗ੍ਰੰਥ ਸਾਹਿਬ ਦਾ ਵੀ ਏਡੀ ਕੁ ਗੱਲ ਆ। ਇਹ ਏਡੀ ਕੁ ਗੱਲ ਨਹੀਂ ਹੈ, ਇਹ ਆਉਣ ਵਾਲੇ ਸਮੇਂ 'ਚ ਸਾਨੂੰ ਦੇਣੀਆਂ ਪੈਣਗੀਆਂ। ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹਾਂ ਨਾਲ ਨਹੀਂ ਖੁੱਲਣੀਆਂ। ਇਹਨਾਂ ਦੀ ਬਹੁਤ ਵੱਡੀ ਅਣਗਹਿਲੀ ਆ। 19 ਸਾਲਾਂ ਤੋਂ ਉਹ ਬੰਦਾ ਜਿਹੜਾ ਕਰਪਟ ਆ, ਇਹਦਾ ਮਤਲਬ ਇਹ ਜਿਵੇਂ ਆਪਣੇ ਕਹਾਵਤ ਵੀ ਚੋਰ ਕੁੱਤੀ ਰਲੇ ਹੋਏ ਆ, ਇਹ ਹੁਣ ਉਹਨਾਂ ਤੇ ਕਿਉਂ ਨਹੀਂ ਸ਼ਿਕੰਜਾ ਕੱਸ ਰਿਹਾ? ਕਿਉਂਕਿ ਲੌਂਗੋਵਾਲ ਦਾ ਨਾਂ ਲੈਣਾ ਵੀ ਯਾਰ ਮੈਨੂੰ ਤਾਂ ਫਲੈਂਗ ਨੇ ਤਾਂ ਉਹ ਕਰਤਾ ਸੀਗਾ, ਤੇ ਤੂੰ ਹੀ ਰੱਖਿਆ ਮੈਨੂੰ, ਤੂੰ ਕਿਹਾ ਤਾਂ ਸੀ ਆਪਾਂ ਰਲ ਮਿਲ ਕੇ ਖਾਵਾਂਗੇ। ਪ੍ਰਧਾਨ ਲੌਂਗੋਵਾਲ ਆ, ਜਵਾਬ ਦੇ ਕੌਣ ਆ ਵੀਰ ਜੀ? ਹੁਣ ਐਡੀ ਵੱਡੀ ਸੰਸਥਾ ਦਾ ਪ੍ਰਧਾਨ ਬਣਾਇਆ ਲੌਂਗੋਵਾਲ ਨੂੰ। ਫਲੈਂਗ ਹੁਣ ਲੌਂਗੋਵਾਲ ਕਹਿ ਰਿਹਾ ਵੀ ਅਸੀਂ ਸਮਰੱਥ ਹਾਂ, ਆਪੇ ਇਨਕੁਆਇਰੀ ਕਰਾਂਗੇ। ਵੀ ਤੇਰੀ ਫਲੈਂਗ ਨੇ ਇਨਕੁਆਇਰੀ ਕੀਤੀ ਆ, ਉਹਤੇ ਕੀ ਆਊਟਪੁੱਟ ਆ ਤੁਹਾਡੀ? ਜਦੋਂ ਜਥੇਦਾਰ ਸਾਹਿਬ ਵੱਲੋਂ ਫੈਸਲਾ ਆਉਂਦਾ ਹੈ, ਉਹਨਾਂ ਨੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਸੀ ਜਿਹੜੀ ਗਿਣਤੀ 100 ਤੋਂ ਪਲੱਸ ਫਿਰ ਵੱਧ ਗਈ ਸੀਗੀ, ਪਰ ਲੌਂਗੋਵਾਲ ਸਾਹਿਬ ਉਸ ਚੀਜ਼ ਨੂੰ ਮੰਨ ਹੀ ਨਹੀਂ ਰਹੇ। ਅਸਲ 'ਚ ਵੀਰ ਜੀ ਹੁਣ ਇਹੀ ਤਾਂ ਵੀ ਲੋਕਾਂ ਨੂੰ ਤਾਂ ਕਹਿ ਰਿਹਾ ਵੀ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਆ, ਹਾਂਜੀ ਜਥੇਦਾਰ ਸਾਹਿਬ ਸਾਡੇ ਮਤਲਬ ਕਿ ਸਰਮੌਰ ਨੇ, ਤੇ ਆਪ ਇਹ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਹੁਣਾਂ ਦੀਆਂ ਹਦਾਇਤਾਂ ਕਿੰਨੀਆਂ ਕੁ ਮੰਨਦੇ ਆ, ਇਸ ਮਸਲੇ 'ਤੇ ਦੇਖਿਆ ਜਾ ਸਕਦਾ। ਅਕਾਲ ਤਖਤ ਸਾਹਿਬ ਨੇ ਜਾਂਚ ਕਮੇਟੀ ਬਣਾਈ। ਹੋਰ ਸੁਣੋ, ਜਿਹੜੇ ਐਡਵੋਕੇਟ ਡਾਕਟਰ ਈਸ਼ਰ ਸਿੰਘ ਨੇ, ਉਹਨਾਂ ਨੇ ਵੀਰ ਜੀ ਇੱਕ ਪ੍ਰਾਈਵੇਟ ਚੈਨਲ ਤੇ ਔਨ ਰਿਕਾਰਡ ਇਹ ਗੱਲ ਕਹੀ ਆ ਵੀ ਇਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਸਹਿਯੋਗ ਨਹੀਂ ਦਿੱਤਾ। ਹੁਣ ਜਿਹੜੀ ਕੈਨੇਡਾ ਦੇ ਵਿੱਚ ਬੱਸ ਗਈ ਆ, 8 ਲੱਖ ਰੁਪਏ ਉਹ ਕਹਿੰਦੇ ਬੱਸ ਦਾ ਐਕਸੀਡੈਂਟ ਹੋ ਗਿਆ, ਖਤਮ ਹੋ ਗਈ, ਸਮੇਤ ਸਵਰੂਪ ਕੈਨੇਡਾ ਦੇ ਵਿੱਚ ਬੱਸ ਹੀ ਖਤਮ ਕਰਤੀ ਸ਼੍ਰੋਮਣੀ ਕਮੇਟੀ ਨੇ। ਸ਼੍ਰੋਮਣੀ ਕਮੇਟੀ ਗੁੰਮ ਹੀ ਹੋ ਗਈ ਬੱਸ, ਕੋਈ ਸੂਈ ਨਹੀਂ, ਕੋਈ ਇੱਕ ਕਿਤਾਬ ਨਹੀਂ, ਕੋਈ ਇਹ ਸ਼੍ਰੋਮਣੀ ਇਹਦੇ ਪੂਰੀ ਦੀ ਪੂਰੀ ਬੱਸ। ਤੇ ਅੱਛਾ ਉਹ ਕਹਿੰਦੇ ਅਸੀਂ ਮਤਲਬ ਇਹ ਜਿਹੜੇ ਸਰੂਪ ਉੱਥੇ ਗਏ ਨੇ, ਜਾਂ ਮਲੇਸ਼ੀਆ 'ਚ ਜਾਂਦੇ ਆ, ਜਾਂ ਕੈਨੇਡਾ ਅਮਰੀਕਾ ਕਿਤੇ ਵੀ ਜਾਂਦੇ ਆ, ਉਹ ਤਾਂ ਨਿਕਲ ਕੇ ਤਾਂ ਪਬਲੀਕੇਸ਼ਨ ਡਿਪਾਰਟਮੈਂਟ 'ਚੋਂ ਜਾਂਦੇ ਆ। ਉਹ ਜਿਹੜੇ ਬਾਹਰ ਗਏ ਉਹਨਾਂ ਦਾ ਵੀ ਰਿਕਾਰਡ ਹੈ ਨਹੀਂ। ਤੇ ਡਾਕਟਰ ਈਸ਼ਰ ਸਿੰਘ ਹੁਣਾਂ ਨੇ ਜਿਹੜੀ ਗੱਲ ਕਹੀ ਆ, ਨਵੀਂ ਗੱਲ ਉਹਨਾਂ ਨੇ ਔਨ ਰਿਕਾਰਡ ਕਹੀ ਆ, ਉਹ ਕਹਿੰਦੇ ਇਹ ਤਾਂ ਹਲੇ ਥੋੜੀ ਜਿਹੀ ਚੀਜ਼ ਹੀ ਸਾਹਮਣੇ ਆਈ ਆ ਵੀ ਸਾਡੀ ਜਿਹੜੀ 1100 ਪੰਨੇ ਦੀ ਰਿਪੋਰਟ ਆ, ਤੇ ਆਹ ਤਾਂ ਕਹਿੰਦੇ ਹੁਣ ਸਾਨੂੰ ਜਾਂਚ ਰਿਪੋਰਟ ਕੰਪਲੀਟ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹਨਾਂ ਨੇ ਜਿਹੜੇ ਕੈਨੇਡਾ ਭੇਜਿਆ ਉਹ ਵੀ ਰਿਕਾਰਡ 'ਚ ਹੀ ਹੈ ਨਹੀਂ ਸਰੂਪ। ਮਲੇਸ਼ੀਆ ਭੇਜੇ ਜਾਂਦੇ ਉਹ ਵੀ। ਅੱਛਾ ਜਿਹੜੀ ਭਾਰਤ ਵਿੱਚ ਵੱਖ-ਵੱਖ ਥਾਂ ਤੇ ਬੱਸ ਜਾਂਦੀ ਆ, ਉਹਦਾ ਵੀ ਕੋਈ ਰਿਕਾਰਡ ਨਹੀਂ ਹੈਗਾ। ਕਿੰਨਾ ਕੁਝ ਹਲੇ ਹੋਰ ਸਾਹਮਣੇ ਆਉਣਾ। ਕੈਨੇਡਾ 'ਚ ਬੱਸ ਹੀ ਖਤਮ ਕਰਤੀ, ਉਹ ਸਰੂਪ ਗਿਣਤੀ 'ਚ ਨਹੀਂ, ਨਾ ਤਾਂ ਪਬਲਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਆ। ਤੇ ਹੁਣ ਗੋਇੰਦਵਾਲ ਸਾਹਿਬ ਜਿੱਥੇ ਜਾ ਕੇ ਸੰਸਕਾਰ ਕਰਦੇ ਆ ਸਰੂਪਾਂ ਦਾ, ਤੇ ਉੱਥੇ ਕੋਈ ਰਿਕਾਰਡ ਨਹੀਂ ਹੈ। ਇਹ ਸਾਰਾ ਕੁਝ ਆਮ ਤੁਸੀਂ ਦੇਖੋ ਵੀ ਜੀ, ਮਾੜੀ ਜੀ ਗੱਲ ਹੋ ਜੇ, ਮੈਂ ਆਮ ਅਕਸਰ ਮਤਲਬ ਸ਼੍ਰੋਮਣੀ ਕਮੇਟੀ ਤੁਸੀਂ ਥੱਲੜੇ ਲੈਵਲ ਦੇ ਜਿਹੜੇ ਮੁਲਾਜ਼ਮ ਆ ਉਹ ਛੋਟੀ ਜੀ ਗਲਤੀ ਕਰ ਦੇਣ,
ਫਰਜ਼ ਕਰੋ ਰਾਗੀ ਸਿੰਘ ਕੀਰਤਨ ਕਰਕੇ ਆਇਆ, ਉਹਨਾਂ ਨੇ ਕੀਰਤਨ ਦੀ ਭੇਟਾ ਜਮ੍ਹਾਂ ਨਹੀਂ ਕਰਾਈ, ਰਾਗੀ ਸਿੰਘ ਸਸਪੈਂਡ, ਰਾਗੀ ਸਿੰਘ ਦੀ ਬਦਲੀ। ਇਹਨਾਂ ਦੇ ਸਟੋਰ ਕੀਪਰ ਹੁੰਦੇ, ਇੰਸਪੈਕਟਰ ਆਉਂਦਾ ਚੈੱਕ ਕਰਦਾ, ਫਲੈਂਗ ਆਉਂਦੀ ਚੈੱਕ ਕਰਦਾ ਵੀ 10 ਕਿਲੋ ਦੁੱਧ ਦਾ ਜਾਲੀ ਬਿੱਲ ਪਾਇਆ ਵਾ, ਸਟੋਰ ਕੀਪਰ ਸਸਪੈਂਡ, ਸਟੋਰ ਕੀਪਰ ਨੂੰ ਜੁਰਮਾਨਾ, ਸਟੋਰ ਕੀਪਰ ਦੀ ਬਦਲੀ। ਤੇ ਇੱਕ ਬੰਦਾ ਜਿਹੜਾ ਗੁਰੂ ਗ੍ਰੰਥ ਦੇ ਸਰੂਪ ਹੀ ਗੁੰਮ ਕਰੀ ਬੈਠਾ। 2015 ਹੁਣ ਦੀ ਗੱਲ ਨਹੀਂ, 2015 ਦੇ 8ਵੇਂ ਮਹੀਨੇ ਅਗਸਤ 2015 ਦੇ ਵਿੱਚ ਵੀ ਸਰੂਪ ਕਮਰਜੀਤ ਸਿੰਘ ਦੇ ਰਿਕਾਰਡ 'ਚ ਘੱਟ ਸੀਗੇ। 2015 ਤੋਂ ਇਹ ਘਪਲਾ ਹੁਣ ਤੋਂ ਨਹੀਂ, 2015 ਅਗਨ ਭੇਟ ਹੋਏ ਸਰੂਪ ਉਹ ਇੱਕ ਵੱਖਰਾ ਮਿਸ਼ਾ। 2015 ਚ ਕਮਲਜੀਤ ਸਿੰਘ ਦੇ ਰਿਕਾਰਡ 'ਚ ਸਰੂਪ ਘੱਟ ਸੀਗੇ, ਉਦੋਂ ਤੋਂ ਲੈ ਕੇ ਬੰਦਾ ਉੱਥੇ ਬੈਠਾ। ਖੰਡ ਘੱਟ ਜੇ, ਚਾਹ ਘੱਟ ਜੇ ਤਾਂ ਬੰਦੇ ਦੀ ਬਦਲੀ ਆ, ਤੇ ਗੁਰੂ ਗ੍ਰੰਥ ਦੇ ਸਰੂਪ ਗਾਇਬ ਕਰ ਰਿਹਾ ਇੱਕ ਬੰਦਾ, ਉਹ ਉੱਥੇ ਬੈਠਾ। ਜਦੋਂ ਇਸ ਚੀਜ਼ ਤੋਂ ਬਾਅਦ ਫੈਸਲਾ ਆਉਂਦਾ, ਜਿਹੜੇ ਉਹਨਾਂ ਦੇ ਸਕੱਤਰ ਆ ਉਹ ਲਾਂਭੇ ਕਰ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕੋਈ ਉਹਦਾ ਹੱਲ ਹੈਗਾ? ਨਹੀਂ, ਹੱਲ ਤਾਂ ਵੀਰ ਜੀ ਕੁਝ ਵੀ ਨਹੀਂ। ਤਾਂ ਮਤਲਬ ਹੁਣ ਦੇਖੋ, ਜਿਹੜੇ ਬੰਦਿਆਂ ਨੇ ਇਹਨਾਂ ਨੇ ਲਿਸਟ ਲਿਆਂਦਾ, ਗੁਰਚਰਨ ਸਿੰਘ ਮੀਤ ਸਕੱਤਰ ਉਹ ਵੀ ਰਿਟਾਇਰ ਹੋ ਗਏ, ਰੂਪ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ, ਹਰਚਰਨ ਸਿੰਘ ਜੀ ਚੜ੍ਹਾਈ ਕਰ ਗਏ, ਕਮਲਜੀਤ ਸਿੰਘ ਰਿਟਾਇਰ ਹੋ ਗਏ। ਇਹ ਬੰਦੇ ਰਿਟਾਇਰ ਹੋ ਗਏ, ਕਾਨੂੰਨੀ ਕਾਰਵਾਈ ਤੁਸੀਂ ਕੀ ਕਰਨੇ ਨਹੀਂ, ਤੇ ਹੁਣ ਕਿ ਉਹਨਾਂ ਦੀ ਲੱਤਾਂ ਤੋੜ ਦੋਗੇ, ਕੀ ਕਰ ਦੋਗੇ ਤੁਸੀਂ? ਐਡਾ ਵੱਡਾ ਘਪਲਾ। ਹੁਣ ਇਹ ਸਾਰੀ ਜ਼ਿੰਮੇਵਾਰੀ ਲੌਂਗੋਵਾਲ ਦੀ ਬਣਦੀ ਜਾਂ ਰੂਪ ਸਿੰਘ ਸਕੱਤਰ ਹੋਣਾ ਦੀ ਬਣਦੀ, ਵੀ ਜਿਹੜੇ ਉਸ ਟਾਈਮ ਮੌਜੂਦਾ ਸਕੱਤਰ ਨੇ ਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਜਵਾਬ ਦੇ ਨੇ ਸੰਗਤ ਨੂੰ। ਇਹਨਾਂ ਦਾ ਐਵੇਂ ਨਹੀਂ ਖੜਾ ਛੁੱਟਣਾ। ਉਸ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਐਸਜੀਪੀਸੀ ਦੇ ਕੁਝ ਮੈਂਬਰਾਂ ਵੱਲੋਂ, ਬੀਬੀ ਕਿਰਨਦੀਪ ਵੱਲੋਂ ਵੀ ਉਹਨਾਂ ਦੀ ਸਫਾਈ ਦਿੱਤੀ ਜਾਂਦੀ ਕਿ ਉਹਨਾਂ ਦਾ ਇਮਾਨਦਾਰੀ ਹੈ ਨਹੀਂ। 25 ਸਾਲਾਂ ਤੋਂ ਮੈਂ ਦੇਖਿਆ, ਕਹਿੰਦੇ ਉਹਨਾਂ ਜਿੰਨਾ ਇਮਾਨਦਾਰ ਹੈ ਹੀ ਨਹੀਂ ਕੋਈ। ਹਰੂਪ ਸਿੰਘ ਜੀ ਨਾ? ਅੱਛਾ ਹਾਂ, ਬੀਬੀ ਕਿਰਨਜੋਤ ਕੌਰ ਦਾ ਵੀਰ ਜੀ ਮੈਂ ਵੀ ਸੁਣਿਆ। ਦੇਖੋ ਮੈਂ ਬਹੁਤ ਰਿਸਪੈਕਟ ਕਰਦਾ ਬੀਬੀ ਕਿਰਨਜੋਤ ਕੌਰ ਹੋਣਾ ਦੀ, ਮਾਸਟਰ ਤਾਰਾ ਸਿੰਘ ਹੋਣਾ ਦੇ ਪਰਿਵਾਰ ਨਾਲ ਉਹਨਾਂ ਦਾ ਨਾਤਾ ਜਿਹੜਾ, ਉਹਨਾਂ ਦੇ ਦੋਹਤੀ ਨੇ ਰਿਸ਼ਤੇ ਲੱਗਦੇ ਨੇ ਰਿਸ਼ਤੇ 'ਚ। ਹੁਣ ਵੀ ਆਪ ਜੀ ਦੇ ਮਾਧਿਅਮ ਰਾਹੀਂ ਬੀਬੀ ਕਿਰਨਜੋਤ ਕੌਰ ਹੋਣਾ ਨੂੰ ਮੈਂ ਦੱਸਣਾ ਚਾਹੁੰਦਾ, ਰੂਪ ਸਿੰਘ ਸਕੱਤਰ ਜਿਹੜੇ ਕਿੰਨੇ ਕੁ ਇਮਾਨਦਾਰ ਨੇ। ਇੱਕੋ ਮੈਂ ਮਤਲਬ ਕਹਿੰਦੇ ਵੀ ਦਾਲ ਰਿੱਝੀ ਹੋਈ ਜਾਂ ਕੱਚੀ ਇੱਕ ਦਾਣਾ ਚੱਕ ਕੇ ਪਤਾ ਲੱਗ ਜਾਂਦਾ। ਹੁਣ ਰੂਪ ਸਿੰਘ ਸਕੱਤਰ ਹੋਣਾ ਨੂੰ ਮੇਰਾ ਸਵਾਲ ਆ, ਜ਼ਰੂਰ ਉਹੋ ਜਿਹੇ ਸੁਣਨਗੇ ਆਪ ਜੀ ਦੇ ਮਾਧਿਅਮ ਦੇ ਰਾਹੀਂ ਤੇ ਇਹਨਾਂ ਗੱਲਾਂ ਦੇ ਜਵਾਬ ਦੇਣ। ਪਹਿਲੀ ਗੱਲ ਤਾਂ ਵੀਰ ਜੀ, ਰੂਪ ਸਿੰਘ ਸਕੱਤਰ ਹੁਣ ਨਾ 2017 ਚ ਸਕੱਤਰ ਬਣਦੇ ਆ। ਇਮਾਨਦਾਰੀ ਦਾ ਮੈਂ ਤੁਹਾਨੂੰ ਦੱਸ ਰਿਹਾ। ਬੀਬੀ ਕਿਰਨਜੋਤ ਕੌਰ ਪਤਾ ਨਹੀਂ ਕਿਹੜੇ ਭੁਲੇਖੇ 'ਚ ਉਹ ਸ਼ਿਕਾਰ ਹੋ ਗਏ। ਜ਼ਿੰਮੇਵਾਰ ਨੇ ਪੂਰੇ ਗੁਰੂ ਗ੍ਰੰਥ ਦੀ ਇਹ ਜਿਹੜੀ ਬੇਅਦਬੀ ਵਾਲੇ ਕਾਂਡ 'ਚ, ਇਹ ਜਿਹੜਾ 328 ਸਰੂਪਾਂ ਵਾਲੇ 'ਚ ਇਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਜ਼ਿੰਮੇਵਾਰੀ ਪੂਰੀ ਬੰਦੀ। ਡਾਕਟਰ ਈਸ਼ਰ ਸਿੰਘ ਉਹਨਾਂ ਨੇ, ਐਡਵੋਕੇਟ ਉਹਨਾਂ ਨੇ ਕਿਹਾ ਵੀ ਸਾਨੂੰ ਸਹਿਯੋਗ ਨਹੀਂ ਦਿੱਤਾ। ਔਨ ਰਿਕਾਰਡ ਆ ਵੀਰ ਜੀ, ਜਿਹੜੀ ਜਾਂਚ ਕਮੇਟੀ ਨੇ ਉਹ ਦਿੱਤੀ ਆ ਉਹ ਰਿਪੋਰਟ, ਉਹਦੇ 'ਚ ਲਿਖਿਆ ਹੋਇਆ ਰੂਪ ਸਿੰਘ ਨੇ ਸਾਨੂੰ ਪੂਰਾ ਸਹਿਯੋਗ ਨਹੀਂ ਦਿੱਤਾ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਰੂਪ ਸਿੰਘ 2017 ਚ ਬਣਦੇ ਸਕੱਤਰ, 2018 ਚ ਇਹਨਾਂ ਦੇ ਘਰੇ ਧਿਆਨ ਨਾਲ ਸੁਣਨ ਸਾਰੇ ਸਿੱਖ ਸੰਗਤ, ਮੈਂ ਬੇਨਤੀ ਕਰ ਰਿਹਾ। 2018 ਦੇ ਵਿੱਚ ਸੰਗਤ ਜੀ ਡਾਕਟਰ ਰੂਪ ਸਿੰਘ ਹੁਣਾਂ ਦੇ ਘਰੇ ਅੰਮ੍ਰਿਤਸਰ ਜਿਹੜੀ ਇਹਨਾਂ ਦੀ ਪਿੰਗਲਵਾੜੇ ਦੇ ਕੋਲੇ ਰਹਿائش ਆ, ਉੱਥੇ SBI ਸਟੇਟ ਬੈਂਕ ਆਫ ਇੰਡੀਆ ਵੱਲੋਂ ਇਹਨਾਂ ਦੇ ਘਰੇ ATM ਲੱਗ ਜਾਂਦਾ। ਹੁਣ ਦੇਖੋ ਵੀ ATM ਕਿਵੇਂ ਲੱਗ ਗਿਆ ਜੀ। ਇਹਨਾਂ ਦੀ ਰਹਿائش ਪਿੰਗਲਵਾੜੇ ਦੇ ਨੇੜੇ, ਹਾਂ ਅੰਮ੍ਰਿਤਸਰ ਪਿੰਗਲਵਾੜੇ ਦੇ ਕੋਲ ਹੈ ਜੀ। ਇਹਨਾਂ ਦੀ ਰਹਿائش ਤੇ ATM ਲੱਗਦਾ। ਉਹ ਕਿਉਂਕਿ 2017 ਚ ਮੈਨੂੰ ਲੱਗਦਾ ਵੀ 2017 ਜਦੋਂ ਇਹ ਸਕੱਤਰ ਬਣਦੇ ਆ ਤੇ ਸ਼੍ਰੋਮਣੀ ਕਮੇਟੀ ਦੀਆਂ ਬਹੁਤ ਸਾਰੀ ਜਿਹੜੀ ਸੰਗਤ ਦੇ ਚੜਾਵੇ ਦਾ ਪੈਸਾ ਉਹ SBI ਚ ਇਹਨਾਂ ਨੇ ਬੈਂਕ 'ਚ ਖਾਤਾ ਹੋਊਗਾ, ਉੱਥੇ ਉਹਨਾਂ ਨੂੰ ਕਿਹਾ ਹੋਊਗਾ ਉੱਥੇ ਮਤਲਬ ਕਿ ਕਰਮਚਾਰੀਆਂ ਨੂੰ ਵੀ ਇੱਥੇ ਤੁਹਾਡੇ ਕੋਲ ਅਸੀਂ FDI ਕਰਾਵਾਂਗੇ ਤੇ ਇਹਦੇ ਬਦਲੇ ਮੈਨੂੰ ਕੀ ਬੈਨੀਫਿਟ ਦਿਓਗੇ? ਹਾਂ, ਗਿਫਟ ਕੀ ਮਿਲੇਗਾ? ਉਹਨਾਂ ਨੇ ਕਿਹਾ ਵੀ ਤੂੰ ਸਾਡੇ ਕੋਲੇ ਮਤਲਬ ਸੰਗਤ ਦਾ ਪੈਸਾ FDI ਕਰਾਓ ਕਰੋੜਾਂ ਰੁਪਈਆ ਤੇ ਅਸੀਂ ਤੁਹਾਨੂੰ ਗਿਫਟ ਦੇਵਾਂਗੇ। ਉਹਨਾਂ ਦੇ ਘਰੇ ਰੂਪ ਸਿੰਘ ਸਕੱਤਰ ਦੇ ਨਿੱਜੀ ਘਰੇ ATM ਆ ਜਿਹਦੇ ਹਜ਼ਾਰਾਂ ਦੀ ਗਿਣਤੀ 'ਚ ਇਹਨੂੰ ਮਤਲਬ ਕਹਿ ਲਓ ਤਨਖਾਹ ਕਹਿ ਲਓ ਜਾਂ ਪੈਸਾ ਕਿਰਾਇਆ ਰੂਪ ਸਿੰਘ ਸਕੱਤਰ ਨੂੰ ਮਿਲਦਾ। ਹੁਣ ਅੱਛਾ, ਜੇ ਉਹ ਕਹਿਣਗੇ ਵੀ ਸੰਗਤ ਦੀ ਸਹੂਲਤ ਲਈ ਲਾਇਆ, ਲੋਕਾਂ ਦੀ ਸਹੂਲਤ ਲਈ ਲਾਇਆ, ਰੂਪ ਸਿੰਘ ਸਕੱਤਰ ਹੁਣੀ ਕਹਿਣ ਵੀ ਸੰਗਤ ਦੀ ਸਹੂਲਤ ਲਈ ਲਾਇਆ। ਅੱਛਾ, ਜੇ ਸੰਗਤ ਦੀ ਸਹੂਲਤ ਲਈ ਲਾਉਣਾ ਰੂਪ ਸਿੰਘ ਸਕੱਤਰ ਦੇ ਘਰੇ ਤਾਂ ਸੰਗਤ ਲੋਕ ਜਾਂਦੇ ਨਹੀਂ ਹੋਣੇ। ਸਭ ਤੋਂ ਵੱਧ ਦੇਸ਼ਾਂ ਵਿਦੇਸ਼ਾਂ ਚੋਂ ਕੀ, ਪੰਜਾਬ ਦੇ ਲੋਕਲ ਕੀ, ਪੂਰੀ ਇੰਡੀਆ ਚੋਂ ਕੀ ਲੋਕ ਤਾਂ ਆਉਂਦੇ ਪਿੰਗਲਵਾੜੇ 'ਚ। ਤੇ ਉਹ SBI ਵਾਲੇ ਜੇ ਸੇਵਾ ਕਰਨ ਦੇ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖ ਕੇ ਲਾਉਣਾ ਸੀ ATM, ਤਾਂ ਪਿੰਗਲਵਾੜੇ 'ਚ ਲਾ ਦਿੰਦੇ ਵੀ ਜਿੱਥੇ ਨਾਲ ਤਾਂ ਉਹ ਜਿਹੜਾ 40-50 ਹਜ਼ਾਰ ਰੁਪਇਆ ਮਿਲਣਾ ਸੀ ਪਿੰਗਲਵਾੜੇ ਨੂੰ ਮਿਲ ਜਾਂਦਾ, ਉੱਥੇ ਲੋੜਵੰਦਾਂ ਦੀ ਮਦਦ ਹੁੰਦੀ ਤੇ ਨਾਲੇ ਉੱਥੇ ਆਵਾਜਾਈ ਸੰਗਤ ਦੀ ਜ਼ਿਆਦਾ ਸੀ। ਕਹਿਣ ਦਾ ਮਤਲਬ ਬੀਬੀ ਕਿਰਨਜੋਤ ਕੌਰ ਹੁਣ ਨੂੰ ਮੈਂ ਦੱਸਣਾ ਚਾਹੁੰਦਾ ਵੀ ਇੰਨੇ ਇਮਾਨਦਾਰ ਨੇ, ਸੰਗਤ ਦਾ ਪੈਸਾ SBI ਦੇ ਵਿੱਚ ਜਮ੍ਹਾਂ ਕਰਾ ਕੇ ਉਹਨਾਂ ਤੋਂ ਬੈਨੀਫਿਟ ਨਿੱਜੀ ਰੂਪ 'ਚ ਆਪ ਲੈ ਗਏ। ਹੁਣ ਅਗਲੀ ਗੱਲ ਜਿਹੜੀ ਹੈਗੀ ਆ, ਪਿੱਛੇ ਨਾ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਦੁੱਖ ਹੁੰਦਾ ਵੀਰ ਜੀ, ਇਹ ਜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਬੰਦੇ ਕਿਵੇਂ ਠੱਗੀਆਂ ਮਾਰਦੇ ਆ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਵਚਨ ਹੈ, ਫਾਹੀ ਸੁਰਤ ਮਲੂਕੀ ਵੇਸ। ਉਹ ਜਦੋਂ ਸੱਜਣ ਠੱਗ ਨੂੰ ਮਿਲਦੇ ਆ ਨਾ, ਉਹ ਬਾਹਰੋਂ ਬੜਾ ਪਹਿਰਾਵਾ ਦਾ ਵਧੀਆ ਸੀ, ਗੱਲਾਂ ਧਰਮ ਦੀਆਂ ਕਰਦਾ ਸੀ, ਪਰ ਬਾਬੇ ਨਾਨਕ ਨੇ ਜਦੋਂ ਫਰੋਲਿਆ ਤੇ ਲੋਕਾਂ ਨੂੰ ਦੱਸਤਾ ਵੀ ਇਹ ਤਾਂ ਠੱਗ ਆ, ਅੰਦਰ ਹਾਂ ਲੀ ਰਹੀਆਂ, ਫਾਹੀ ਸੁਰਤ ਮਲੂਕੀ ਵੇਸ। ਉਹ ਮੈਂ ਜ਼ਿਕਰ ਮੈਂ ਰੂਪ ਸਿੰਘ ਹੁਣਾਂ ਦਾ ਇੱਕੋ ਇਹਨਾਂ ਦਾ ਕਾਰਨਾਮਾ ਸਾਹਮਣੇ ਲਿਆਉਣਾ, ਬਾਕੀ ਤਾਂ ਤੁਸੀਂ ਸੰਗਤ ਆਪੇ ਸਮਝਿਓ। ਗੁਰੂ ਨਾਨਕ ਪਾਤਸ਼ਾਹ ਦੇ 550 ਸਾਲੇ ਪ੍ਰਕਾਸ਼ ਪੁਰਬ ਤੇ ਕੱਲ ਤਾਰਨ ਗੁਰੂ ਨਾਨਕ ਆਇਆ, ਮੈਂ ਕਿਤਾਬ ਦਾ ਹਵਾਲਾ ਦੇ ਰਿਹਾ, ਕੱਲ ਤਾਰਨ ਗੁਰੂ ਨਾਨਕ ਆਇਆ ਕਿਤਾਬ ਡਾਕਟਰ ਰੂਪ ਸਿੰਘ ਹੁਣਾਂ ਨੇ ਸੰਪਾਦਿਤ ਕੀਤੀ। ਇਹ ਕਿਤਾਬ ਇਹਨਾਂ ਦੀ ਨਿੱਜੀ, ਇਹਨੂੰ ਪ੍ਰਾਈਵੇਟ ਇੱਕ ਪ੍ਰਕਾਸ਼ਕ ਨੇ ਇਹਨੂੰ ਛਾਪਿਆ। ਇਹ ਜਦੋਂ ਕਿਤਾਬ ਛਪ ਗਈ 84 ਪੰਨਿਆਂ ਦੀ ਕਿਤਾਬ, ਸਿਰਫ
84 ਪੰਨਿਆਂ ਦੀ ਸਾਧ ਸੰਗਤ ਕਿਤਾਬ ਡਾਕਟਰ ਰੂਪ ਸਿੰਘ ਹੁਣਾਂ ਦੀ ਸੰਪਾਦਿਤ ਕੀਤੀ ਹੋਈ ਇੱਕ ਪ੍ਰਾਈਵੇਟ ਪ੍ਰਕਾਸ਼ਕ ਨੇ ਛਾਪੀ। ਉਹ ਕਿਤਾਬ ਛਾਪ ਕੇ ਰੂਪ ਸਿੰਘ ਹੁਣਾਂ ਕੋਲੇ ਆਪ ਅਧਿਕਾਰ ਸੀਗਾ, ਸਕੱਤਰ ਸੀਗੇ ਉਹਨਾਂ ਨੇ, ਕਿਉਂਕਿ ਹੁਣ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ, ਇਹਨਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਮਤਾ ਪਵਾ ਕੇ ਉਹ ਸਾਰੀ ਪ੍ਰਾਈਵੇਟ ਪ੍ਰਕਾਸ਼ਕ ਤੋਂ ਲੱਖਾਂ ਰੁਪਈਆਂ ਦੀ ਉਹ ਕਿਤਾਬ ਖਰੀਦੀ, ਹਜ਼ਾਰਾਂ ਦੀ ਗਿਣਤੀ 'ਚ ਖਰੀਦੀ। ਉਸ ਕਿਤਾਬ ਦਾ ਰੇਟ ਪਤਾ ਵੀਰ ਜੀ ਕਿੰਨਾ? ਲਗਭਗ 500 ਰੁਪਈਆ। ਸਿਰਫ 84 ਪੰਨਿਆਂ ਦੀ ਕਿਤਾਬ ਉਹਦਾ ਰੇਟ ਹੈਗਾ 500 ਰੁਪਈਆ। ਹੁਣ ਮੇਰਾ ਸਵਾਲ ਇਹ ਆ ਡਾਕਟਰ ਰੂਪ ਸਿੰਘ ਹੁਣਾਂ ਨੂੰ ਕਿ ਡਾਕਟਰ ਰੂਪ ਸਿੰਘ ਜੀ, ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਸਮਰੱਥ ਆ, ਲੌਂਗੋਵਾਲ ਹੁਣਾਂ ਨੂੰ ਸਵਾਲ ਆ ਮੇਰਾ, ਤੁਸੀਂ ਕਹਿੰਦੇ ਵੀ ਸਮਰੱਥ ਆ ਸ਼੍ਰੋਮਣੀ ਕਮੇਟੀ ਬਾਕੀ ਤਾਂ ਗੱਲਾਂ ਛੱਡੋ, ਖੁਦ ਪ੍ਰਕਾਸ਼ਕ ਆ ਸ਼੍ਰੋਮਣੀ ਕਮੇਟੀ। ਆ ਮੈਂ ਤੁਹਾਨੂੰ ਇੱਕ ਬੁੱਕ ਵੀਰ ਜੀ ਦਿਖਾ ਰਿਹਾ ਆਪ ਜੀ ਦੇ ਮਾਧਿਅਮ ਰਾਹੀਂ, ਸਾਰੇ ਭੈਣ ਭਰਾ ਦੇਖੋ। ਇਹਦੇ ਪ੍ਰਕਾਸ਼ਕ ਸਿੱਖ ਇਤਿਹਾਸ ਰਿਸਰਚ ਬੋਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਇਹ ਹੈਗੀ ਆ 50 ਸਾਲਾ ਇਤਿਹਾਸ ਆ ਸ਼੍ਰੋਮਣੀ ਕਮੇਟੀ ਦਾ। ਇਹਦੀ ਕੀਮਤ ਕਿੰਨੀ ਆਈ? ਇਹਦੀ ਕੀਮਤ ਹੈਗੀ ਵੀਰ ਜੀ 60 ਰੁਪਏ। ਆਪਾਂ ਇਸੇ ਪੰਨੇ ਕਿੰਨੇ ਆਈ? ਇਹਦੇ ਪੰਨੇ ਹੈਗੇ ਵੀਰ ਜੀ ਇਸ ਕਿਤਾਬ ਦੇ 456 456 ਪੰਨਿਆਂ ਦੀ ਜਿਹੜੀ ਕਿਤਾਬ ਆ ਉਹ 60 ਰੁਪਏ ਦੀ। ਹਾਂਜੀ, ਸ਼੍ਰੋਮਣੀ ਤੇ ਜਿਹੜੀ 84 ਪੰਨਿਆਂ ਦੀ ਉਹ 500 ਦੀ। ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆਪ ਪ੍ਰਕਾਸ਼ਕ ਕਰਦੀ ਹੈ ਕਿਤਾਬ ਉਹ ਤਾਂ 60 ਰੁਪਏ ਦੀ ਹੈ ਸੰਗਤ ਜੀ, ਤੇ ਜਿਹੜੀ ਰੂਪ ਸਿੰਘ ਹੁਣੀ ਬਾਹਰ ਪ੍ਰਾਈਵੇਟ ਤੋਂ ਛਪਾਉਂਦੇ ਆ ਉਹ ਸਿਰਫ 84 ਪੰਨਿਆਂ ਦੀ, ਉਹਦੀ ਕੀਮਤ ਹੈਗੀ 500 ਰੁਪਈਆ। ਉਹ ਹਜ਼ਾਰਾਂ ਦੀ ਗਿਣਤੀ ਛਪੀ ਹੋਈ 500 ਰੁਪਏ ਦੀ ਕਿਤਾਬ ਉਹ ਸ਼੍ਰੋਮਣੀ ਕਮੇਟੀ ਨੇ ਖਰੀਦੀ, ਭਾਵ 40 ਲੱਗਦਾ ਵੀ ਲਗਭਗ 30-40 ਲੱਖ ਦਾ ਘਪਲਾ ਇੱਕੋ ਕਿਤਾਬ 'ਚ ਰੂਪ ਸਿੰਘ ਨੇ ਕੀਤਾ। ਜੇ 10000 ਕਿਤਾਬ ਵੀ ਛਪੀ ਹੈ ਤੇ 40 ਲੱਖ ਦਾ ਘਪਲਾ ਸਾਹਮਣੇ ਆਏਗਾ। ਤੇ ਜੇ ਉਹੀ ਕਿਤਾਬ ਜਿਹੜੀ 84 ਪੰਨਿਆਂ ਦੀ ਕਿਤਾਬ ਸ਼੍ਰੋਮਣੀ ਕਮੇਟੀ ਛਾਪਦੀ, ਇਹ 10-20 ਰੁਪਏ 'ਚ ਤਿਆਰ ਹੋ ਜਾਣੀ ਸੀ, ਪ੍ਰਾਈਵੇਟ ਤੋਂ ਖਰੀਦੀ 500 ਰੁਪਏ ਦੀ। ਹੁਣ ਇੱਕ ਕਿਤਾਬ ਮੰਗਰ ਜੇ ਇੰਨਾ ਘਪਲਾ, ਇਹ ਲੱਖਾਂ ਰੁਪਈਆ ਰੂਪ ਸਿੰਘ ਦੇ ਢਿੱਡ 'ਚ ਗਿਆ ਜਾਂ ਲੌਂਗੋਵਾਲ ਦੇ ਢਿੱਡ 'ਚ ਗਿਆ, ਇਹ ਸੰਗਤ ਨੂੰ ਰੂਪ ਸਿੰਘ ਦੱਸਣ ਵੀ ਬਾਹਰੋਂ ਪ੍ਰਕਾਸ਼ਕ ਕਰਵਾ ਕੇ ਸ਼੍ਰੋਮਣੀ ਕਮੇਟੀ ਨੇ ਕਾਹਦੋਂ ਖਰੀਦੀ, ਜਦੋਂ ਸ਼੍ਰੋਮਣੀ ਕਮੇਟੀ ਖੁਦ ਇਹ ਕਿਤਾਬ ਤਿਆਰ ਕਰ ਸਕਦੀ ਸੀ। ਇੱਕੋ ਕਿਤਾਬ 'ਚ ਇੰਨਾ ਘਪਲਾ। ਤੇ ਹੋਰ ਮੈਂ ਦੱਸਾਂ, ਇਹ ਜਦੋਂ ਜਿਹੜੀ ਕਲ ਤਾਰਨ ਗੁਰੂ ਨਾਨਕ ਆਇਆ ਕਿਤਾਬ ਆ ਵੀਰ ਜੀ, ਜਦੋਂ ਇਹ ਰਿਲੀਜ਼ ਕਰਨੀ ਆ, ਹੁਣ ਰੂਪ ਸਿੰਘ ਉਹਨਾਂ ਦੀ ਨਿੱਜੀ ਕਿਤਾਬ ਆ, ਪ੍ਰਾਈਵੇਟ ਨੇ ਛਾਪੀ ਆ, ਸ਼੍ਰੋਮਣੀ ਕਮੇਟੀ ਤਾਂ ਛਾਪੀ ਨਹੀਂ, ਪ੍ਰਾਈਵੇਟ ਨੇ ਛਾਪੀ, ਉਹਨੂੰ ਰਿਲੀਜ਼ ਕੀਤਾ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਇੱਕ ਫੰਕਸ਼ਨ ਕੀਤਾ। ਹੁਣ ਉੱਥੇ ਜਿਹੜਾ ਚਾਹ ਪਾਣੀ ਦਾ ਖਰਚਾ ਹੋਇਆ, ਹੁਣ ਰੂਪ ਸਿੰਘ ਦੀ ਨਿੱਜੀ ਕਿਤਾਬ ਰਿਲੀਜ਼ ਹੋ ਰਹੀ ਹੈ, ਪ੍ਰਾਈਵੇਟ ਨੇ ਛਾਪੀ ਆ, ਉਹ ਤੇ ਜਿਹੜਾ ਚਾਹ ਪਾਣੀ ਦਾ ਖਰਚਾ ਹੋਇਆ, ਸੰਗਤ ਆਈਆਂ, ਸ਼ਖਸੀਅਤ ਆਈਆਂ, ਉਹ ਖਰਚਾ ਮੈਨੂੰ ਦੱਸੋ ਵੀ ਰੂਪ ਸਿੰਘ ਨੇ ਆਪਣੀ ਜੇਬ 'ਚੋਂ ਕੀਤਾ? ਜੇ ਉਹ ਸ਼੍ਰੋਮਣੀ ਕਮੇਟੀ ਨੇ ਕੀਤਾ, ਉਹ ਖਰਚ ਪਾਇਆ, ਕੀ ਇਹ ਠੱਗੀ ਨਹੀਂ ਹੈ? ਮੈਂ ਬੀਬੀ ਕਿਰਨਜੋਤ ਕੌਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੌਮ 'ਚ ਪੰਥ 'ਚ ਤੁਹਾਡੀ ਬਹੁਤ ਰਿਸਪੈਕਟ ਆ, ਸੋ ਇਹੋ ਜਿਹੇ ਲੋਕਾਂ ਤੋਂ ਆ ਸਵਾਲ ਬੀਬੀ ਕਿਰਨਜੋਤ ਕੌਰ ਜ਼ਰੂਰ ਪੁੱਛਣ। ਹੁਣ ਅਗਲੀ ਗੱਲ, ਸਿੱਖ ਰਿਸਰਚ ਬੋਰਡ ਦੇ ਵੀਰ ਜੀ ਜਿਹੜੇ ਵਿਦਵਾਨ ਆ, ਇਹ ਵੀ ਸੁਣਨ ਚਾਹੀਦੀ ਗੱਲ। ਅਸੀਂ ਦਰਬਾਰੇ ਖਾਲਸਾ ਵੱਲੋਂ ਨਾ ਆਰਟੀ ਪਾ ਕੇ ਕੋਸ਼ਿਸ਼ ਕਰਾਂਗੇ, ਸਾਰਾ ਕੁਝ ਲੱਭਾਂਗੇ। ਰੂਪ ਸਿੰਘ ਉਹਨਾਂ ਦੀ ਇੱਕੋ ਕਿਤਾਬ 'ਚ ਐਡਾ ਵੱਡਾ ਘਪਲਾ, ਤੇ ਕਿੰਨੀਆਂ ਕਿਤਾਬਾਂ ਸ਼੍ਰੋਮਣੀ ਕਮੇਟੀ ਕਿਹੜੀਆਂ ਕਿਤਾਬਾਂ ਰੂਪ ਸਿੰਘ ਦੀਆਂ ਖਰੀਦੀਆਂ ਬਾਹਰੋਂ? ਜਦੋਂ ਆਪ ਇਹ ਛਾਪ ਸਕਦੇ ਆ, ਫਿਰ ਬਾਹਰੋਂ ਕਿਉਂ ਛਪਾਉਂਦੇ ਆ ਤੇ ਉਹਨਾਂ ਨੂੰ ਫਿਰ ਲੱਖਾਂ ਰੁਪਈਆ ਦੇ ਕੇ ਖਰੀਦਦੇ ਆ? ਇਹ ਇੱਕ ਕਿਤਾਬ 'ਚ ਰੂਪ ਸਿੰਘ 'ਚ ਇੰਨਾ ਘਪਲਾ ਤੇ ਬਾਕੀ ਕਿਤਾਬਾਂ 'ਚ ਕਿੰਨਾ ਘਪਲਾ ਹੋਏਗਾ? ਸਿੱਖ ਰਿਸਰਚ ਬੋਰਡ ਦੇ ਜਿਹੜੇ ਵੀਰ ਸਕਾਲਰ ਨੇ, ਜਿਨ੍ਹਾਂ ਨੂੰ ਤਨਖਾਹ ਸ਼੍ਰੋਮਣੀ ਕਮੇਟੀ ਦਿੰਦੀ ਆ, ਉਹ ਕੰਮ ਕਰਦੇ ਨੇ ਰੂਪ ਸਿੰਘ ਦੀਆਂ ਪਰਸਨਲ ਕਿਤਾਬਾਂ ਲਈ। ਹੁਣ ਇਹ ਵੀ ਪਤਾ ਕਰਨਾ ਵੀ ਜਦੋਂ ਰੂਪ ਸਿੰਘ ਸਕੱਤਰ ਰਹੇ ਨੇ 17 ਤੋਂ ਲੈ ਕੇ, ਵੀ ਉਹ ਜਿਹੜੇ ਸਿੱਖ ਰਿਸਰਚ ਬੋਰਡ 'ਚ ਵਿਦਵਾਨ ਕੰਮ ਕਰਦੇ ਆ, ਉਹਨਾਂ ਨੇ ਸਿੱਖ ਇਤਿਹਾਸ ਤੇ ਕਿੰਨਾ ਕੰਮ ਕੀਤਾ ਤੇ ਰੂਪ ਸਿੰਘ ਦੀਆਂ ਕਿਤਾਬਾਂ ਲਈ ਕਿੰਨਾ ਕੰਮ ਕੀਤਾ? ਇਹ ਵੀ ਸਵਾਲ ਦਾ ਵਿਸ਼ਾ ਹੈਗਾ, ਇਹ ਮਤਲਬ ਖੋਜ ਦਾ ਵਿਸ਼ਾ। ਸੋ ਬੇਨਤੀ ਹੈ ਵੀ ਕਹਿਣ ਦਾ ਭਾਵ ਕੀ ਹੈ ਵੀ ਅਸਲ 'ਚ ਇਹਨਾਂ ਨੇ ਉਹ ਫਾਹੀ ਸੁਰਤ ਮਲੂਕੀ ਬੇਸ ਪਹਿਰਾਵਾ ਹੋ ਢੰਗ ਦਾ ਪਾਇਆ ਹੋਇਆ, ਤੇ ਇਹ ਲੋਕ ਇੱਕ ਕਿਤਾਬ 'ਚ ਲੱਖਾਂ ਦੀ ਗਿਣਤੀ ਠੱਗੀ ਜਿਨ੍ਹਾਂ ਨੇ ਮਾਰੀ ਹੈ। ਕਦੇ ATM ਪਰਸਨਲ ਘਰੇ ਲਵਾ ਲਿਆ ਇਹਨਾਂ ਨੇ, ਤੇ ਇਹ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਿਵੇਂ ਹੋਣਗੇ? ਇਹ ਤਾਂ ਮਤਲਬ ਕਹਿਣ ਤੋਂ ਪਰੇ ਦੀ ਗੱਲ ਆ ਨਾ। ਤੇ ਇਵੇਂ ਜ਼ਿਕਰ ਇਹ ਲੌਂਗੋਵਾਲ ਤੇ ਰੂਪ ਸਿੰਘ ਸਕੱਤਰ, ਇਸ ਜੁੰਡਲੀ ਨੇ ਰਲ ਕੇ ਵੀਰ ਜੀ ਸ਼੍ਰੋਮਣੀ ਕਮੇਟੀ ਦਾ ਮੈਨੂੰ ਲੱਗਦਾ ਵੀ 3-4 ਸਾਲਾਂ 'ਚ ਜਮਾ ਬੇੜਾ ਬਿਠਾ ਕੇ ਰੱਖਤਾ। ਜੇਕਰ ਇਹ ਬੇੜਾ ਬਿਠਾਉਂਦਾ ਤਾਂ ਅੱਗੇ ਜਦੋਂ ਮਾਮਲਾ ਸਾਹਮਣੇ ਆਉਂਦਾ ਸੀਗਾ, ਜਦੋਂ ਇਦਾਂ ਦੀ ਕੋਈ ਗੱਲਬਾਤ ਹੁੰਦੀ ਸੀ, ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀਗਾ ਉਹ ਲਾਂਭੇ ਕਰ ਦਿੱਤਾ ਜਾਂਦਾ ਸੀਗਾ। ਪਰ ਕੁਝ ਸਮਾਂ ਜੇ ਦੇਖੀਏ ਤਾਂ ਉਸ ਤੋਂ ਬਾਅਦ ਫਿਰ ਲੌਂਗੋਵਾਲ ਸਾਹਿਬ ਜਿਹੜੇ ਹੈਗੇ ਨੇ ਉਹ ਦੁਬਾਰਾ ਪ੍ਰਧਾਨ ਜਿਹੜੇ ਨਿਯੁਕਤ ਕੀਤੇ ਜਾਂਦੇ ਨੇ, ਫਿਰ ਹੁਣ ਕਿਉਂ ਨਹੀਂ ਲਾਂਭੇ ਕੀਤਾ ਜਾਂਦਾ? ਮੈਨੂੰ ਨਾ ਵੀਰ ਜੀ, ਮੈਂ ਪਿਛਲੇ ਦਿਨ ਵੀ ਮੀਡੀਆ 'ਚ ਇਹ ਆਪਦੀ ਵੀਡੀਓ ਪਾਈ ਸੀ ਤੇ ਬਹੁਤ ਸਾਰੇ ਵੀਰਾਂ ਦੇ ਫੋਨ ਆਏ, ਤੇ ਮੈਂ ਸਪਸ਼ਟ ਕਹਿਣਾ ਵੀ ਦੇਖੋ ਸੁਖਬੀਰ ਬਾਦਲ ਦੀਆਂ ਬਹੁਤ ਸਾਰੀਆਂ ਗਲਤੀਆਂ ਨੇ, ਉਹਨਾਂ 'ਚ ਇੱਕ ਆਹ ਗਲਤੀ ਵੀ ਲੌਂਗੋਵਾਲ ਨੂੰ ਇਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ। ਇਹ ਬੰਦਾ ਵੀਰ ਜੀ ਕਲਾਸ ਦਾ ਮੋਨੀਟਰ ਬਣਨ ਦੇ ਲਾਇਕ ਨਹੀਂ ਹੈ। ਇਹ ਰਿਕਾਰਡ ਪੁੱਛ ਵੀ ਕਲਾਸ ਦਾ ਕਦੇ ਮੋਨੀਟਰ ਨਹੀਂ ਬਣੇ, ਇਹ ਪ੍ਰਬੰਧ ਕਿੱਥੋਂ ਚਲਾ ਲੂ? ਇਹਨੂੰ ਕੱਖ ਨਹੀਂ ਪਤਾ, ਇਹਨੂੰ ਐ ਨਹੀਂ ਪਤਾ ਵੀ ਜਿਹੜਾ ਹੈਗਾ ਜਿਹੜਾ ਇਹ ਢਾਂਚਾ ਜਿਹੜਾ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ, ਇਹਨੂੰ ਕਿਵੇਂ ਕਵਰ ਕਰਨਾ, ਕੀ ਜ਼ਰੂਰਤ ਹੁੰਦੀ ਆ ਪ੍ਰਧਾਨ ਦੀ। ਇਹ ਤਾਂ ਉਦਾਂ ਹੀ ਮਤਲਬ ਕਿ ਕਹਿ ਲਓ ਮੂੰਹ 'ਚ ਘੁੰਗਣੀਆਂ ਪਾ ਕੇ ਬੈਠਣ, ਜੋ ਉਹਨੂੰ ਲਿਖ ਕੇ ਦੇਤਾ ਸਾਹਮਣੇ ਰੱਖਿਆ ਹੁੰਦਾ ਉਹ ਪੜ ਬੋਲੀ ਜਾਂਦਾ। ਹੁਣ ਇਹ ਬੰਦੇ ਨੂੰ ਤਾਂ ਆਪ ਹੀ ਜੇ ਮਾੜੀ ਮੋਟੀ ਇਹ 'ਚ ਅਣਖ ਗੈਰਤ ਹੋਵੇ, ਵੈਸੇ ਹੈ ਤਾਂ ਹੈ ਨਹੀਂ, ਲੱਗਦਾ ਨਹੀਂ ਹੈ, ਤੇ ਜੇ ਹੋਵੇ ਤਾਂ ਇਹਨੂੰ ਅਸਤੀਫਾ ਦੇ ਕੇ ਘਰੇ ਬੈਠ ਜਾਣਾ ਚਾਹੀਦਾ। ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਵਰੂਪ ਇਹਦੇ ਰਾਜ ਦੇ ਦੌਰਾਨ, ਇਹਦੇ ਰਾਜ ਹੀ ਕਵਾਂਗੇ ਆਪਾਂ, ਇਹਨਾਂ ਦਾ ਰਾਜ ਹੀ ਚੱਲਦਾ ਨਾ, ਇਹਦੇ ਪ੍ਰਧਾਨ ਹੋਣ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਆ ਜਿਹੜੇ ਉਹ ਵੱਡੀ ਗਿਣਤੀ 'ਚ ਜਿਹੜਾ ਪਬਲੀਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਚਲੇ ਗਏ, ਤੇ ਇਹਨੂੰ ਪਤਾ ਕੱਖ ਨਹੀਂ ਲੱਗਿਆ। ਇਹਦੇ ਨੱਕ ਹੇਠ ਫਲੈਂਗ ਵੱਲੋਂ ਦੋਸ਼ੀ ਕਰਾਰ ਦਿੱਤੇ ਬੰਦੇ ਉੱਥੇ ਡਿਊਟੀਆਂ ਕਰ ਰਹੇ ਆ,
ਰੂਪ ਸਿੰਘ ਸਕੱਤਰ ਵਰਗੇ ਆਪਦੀਆਂ ਕਿਤਾਬਾਂ ਛਪਾ ਪ੍ਰਾਈਵੇਟ ਪ੍ਰਕਾਸ਼ਕਾਂ ਤੋਂ ਲੱਖਾਂ ਰੁਪਏ ਕਮਾ ਰਹੇ ਆ, ਇੰਨਾ ਕੁਝ ਹੋ ਰਿਹਾ। ਤੇ ਇਹ ਬੰਦਾ ਚਾਹੇ ਤਾਂ ਮਤਲਬ ਕਹਿ ਲਓ ਵੀ ਪੂਰਾ ਰਲਿਆ ਹੋਇਆ ਚੋਰ ਆ, ਬਸ਼ਰਮਾ। ਤੇ ਇਹਨੂੰ ਮਤਲਬ ਕਹਿ ਲਓ ਵੀ ਇਹ ਤੋਂ ਪੂਰੇ ਪੰਥ ਨੂੰ ਆਵਾਜ਼ ਉਠਾਉਣੀ ਚਾਹੀਦੀ, ਇਹ ਤੋਂ ਅਸਤੀਫਾ ਲੈ ਕੇ। ਕਿਉਂਕਿ ਹੁਣ ਆਮ ਤਾਂ ਦੇਖੋ ਘਪਲੇ ਹੁੰਦੇ ਰਹੇ ਨੇ ਸ਼੍ਰੋਮਣੀ ਕਮੇਟੀ 'ਚ, ਬੜੇ ਇੱਥੇ ਕੜਾਹ ਪ੍ਰਸ਼ਾਦ ਦਾ ਘਪਲਾ, ਇੱਥੇ ਬੜਾ ਕੁਝ ਘਪਲੇ ਚੱਲਦੇ ਨੇ, ਬਹੁਤ ਕੁਝ ਹੋਇਆ। ਤੇ ਪਰ ਆਹ ਤਾਂ ਹੁਣ ਇਹਨੇ ਕਹਿ ਲਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾ ਲਿਆ ਨਾ, ਤੇ ਹਲੇ ਵੀ ਜੇ ਬੰਦਾ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਨਹੀਂ ਦਿੰਦਾ ਤੈਨੂੰ ਡੁੱਬ ਮਰਨਾ ਚਾਹੀਦਾ ਚੱਪਣੀ 'ਚ ਨੱਕ ਡੁਬੋ ਕੇ ਜੀ। ਜੇਕਰ ਇਹ ਅਸਤੀਫਾ ਦੇ ਕੇ ਚਲੋ ਮੰਨ ਲਓ ਸਾਈਡ ਤੇ ਹੋ ਜਾਂਦਾ ਜਾਂ ਇਹਨੂੰ ਲਾਂਭੇ ਕਰ ਦਿੱਤਾ ਜਾਂਦਾ, ਕੀ ਉਮੀਦ ਕਰਾਂਗੇ ਜਿਹੜਾ ਆਉਣ ਵਾਲਾ ਪ੍ਰਧਾਨ ਆਊਗਾ ਉਹ ਸਾਫ਼ ਸੁਥਰਾ ਹੀ ਹੋਵੇਗਾ? ਦੇਖੋ ਵੀਰ ਜੀ, ਫਿਰ ਜੇ ਹੁਣ ਲੌਂਗੋਵਾਲ ਨੂੰ ਪਾਸੇ ਕਰਦੀ ਆ ਇਹਨਾਂ ਦੀ ਜਿਹੜੀ ਆ ਜੋ ਇਹਨਾਂ ਦੀ ਹਾਈ ਕਮਾਂਡ ਆ, ਤੇ ਜੇ ਬਣਦਾ, ਦੇਖੋ ਬਣਨਾ ਤਾਂ ਹੁਣ ਫਿਲਹਾਲ ਤਾਂ ਬਾਦਲ, ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ, ਬਣਨਾ ਤਾਂ ਇਹ ਬਾਦਲ ਦਲ 'ਚ ਹੀ ਹੈ ਨਾ। ਫਿਰ ਮੈਂ ਕਹਿਣਾ ਵੀ ਜੇ ਉਹੋ ਜਿਹਾ ਘੱਟੋ ਘੱਟ ਬੀਬੀ ਕਿਰਨਜੋਤ ਕੌਰ ਵਰਗੇ ਉਹਨਾਂ ਨੂੰ ਉਹ ਬਾਗੀ ਸੁਰ ਰੱਖਦੇ ਆ ਅਕਾਲੀ ਦਲ 'ਚੋਂ, ਲੱਗਦਾ ਨਹੀਂ ਵੀ ਚਾਂਸ ਵੀ ਉਹਨਾਂ ਨੂੰ ਪ੍ਰਧਾਨ ਬਣਾ ਦੇਣਗੇ। ਚਲੋ ਉਹਨਾਂ ਨੂੰ ਬਣਾ ਦੇਣ ਚੰਗਾ, ਤੇ ਨਹੀਂ ਪ੍ਰਕਾਸ਼ ਕਹਿ ਲਓ ਵੀ ਜਿਹੜਾ ਪ੍ਰਬੰਧਕੀ ਢਾਂਚੇ ਦੇ ਪਕੜ ਰੱਖਣ ਲਈ ਬਹੁਤ ਬੰਦੇ ਦਾਅਵੇਦਾਰ ਹੈਗੇ ਨੇ। ਲੌਂਗੋਵਾਲ ਤਾਂ ਮਤਲਬ ਕਹਿ ਲਓ ਵੀ ਮੈਂ ਨਾ ਸ਼੍ਰੋਮਣੀ ਕਮੇਟੀ 'ਚ ਜਿਹੜੇ ਕਾਫੀ ਸੱਜਣ ਮਤਲਬ ਵਿਚਰਦੇ ਰਹਿੰਦੇ, ਉਹ ਦੱਸਦੇ ਰਹਿੰਦੇ, ਜਾਂ ਮੈਂਬਰ ਜਾਂ ਸਾਬਕਾ ਮੈਂਬਰ ਗੱਲ ਕਰਦੇ ਰਹਿੰਦੇ ਵੀ ਇਹਦੀ ਤਾਂ ਪ੍ਰਬੰਧਕੀ ਢਾਂਚੇ ਤੇ ਬਿਲਕੁਲ ਵੀ ਇੱਕ ਸੁਪਰਵਾਈਜ਼ਰ ਨਹੀਂ ਡਰਦਾ। ਲੌਂਗੋਵਾਲ ਤੋਂ ਇੱਕ ਸੁਪਰਵਾਈਜ਼ਰ ਨਹੀਂ ਡਰਦਾ, ਕੋਈ ਇਹਦੀ ਮਤਲਬ ਕਹਿ ਲਓ ਪੁੱਛ ਦੱਸ ਨਹੀਂ ਸ਼੍ਰੋਮਣੀ ਕਮੇਟੀ, ਕੋਈ ਨਹੀਂ ਇਹਨੂੰ ਪੁੱਛਦਾ। ਮੈਂ ਤੁਹਾਨੂੰ ਦੱਸਿਆ ਵੀ ਇਹਦੀ ਲਿਆਕਤ ਕਲਾਸ ਦਾ ਮੋਨੀਟਰ ਬਣਦੀ ਨਹੀਂ। ਹੁਣ ਜੇ ਬੀਬੀ ਕਿਰਨਜੋਤ ਕੌਰ ਵਰਗੀਆਂ, ਚਲੋ ਬਹੁਤ ਸਾਰਿਆਂ ਗੱਲਾਂ 'ਚ ਮੈਂ ਸਹਿਮਤ ਨਹੀਂ ਹੈਗਾ, ਜਿਹੜੇ ਸਾਬਕਾ ਮੰਤਰੀ ਤੋਤਾ ਸਿੰਘ ਉਹ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ, ਉਹ ਉਹਨਾਂ ਦਾ ਰੋਲ ਤਾਂ ਹੈਗਾ ਨਾ, ਪਕੜਦਾ ਹੈਗਾ, ਇਹੋ ਜਿਹਾ ਤਾਂ ਖਿੱਚ ਕੇ ਰੱਖਣ ਨਾ, ਉਹਨਾਂ ਨੂੰ ਬਣਾ ਦੇਣ। ਹੋਰ ਹੈਗੇ ਨੇ ਜਿਹੜੇ ਚੰਗੇ ਬੰਦੇ ਆ, ਕੋਈ ਮਤਲਬ ਹੁਣ ਸਾਰੇ ਤਾਂ ਹੁਣ ਇਹਨਾਂ ਕਹਿ ਲਓ ਵੀ ਅੰਨਿਆਂ ਨੂੰ ਤਾਂ ਕਾਣਾ ਚੁਣਨਾ ਪੈਣਾ ਫਿਲਹਾਲ ਤਾਂ। ਇਹਦੇ ਕੀ ਹੁੰਦੇ, ਚਲੋ ਠੀਕ ਹੈ ਤੁਸੀਂ ਗੱਲ ਕਹੀ, ਅੰਨਿਆਂ ਦੇ ਵਿੱਚ ਕਾਣਾ ਹੀ ਚੁਣ ਲਈਏ, ਸ਼ਾਇਦ ਰਾਜਾ ਹੀ ਬਣ ਜੇ। ਪਰ ਗੱਲ ਇਹ ਵੀ ਆ ਨਾ, ਇਹ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲੱਗਣਾ ਹੁੰਦਾ, ਉਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਪ੍ਰਧਾਨ ਲੱਗਦਾ ਉਹ ਅੰਮ੍ਰਿਤ ਛਕ ਕੇ ਆਉਂਦਾ ਹੈ। ਮੀਡੀਆ ਦੇ ਵਿੱਚ ਵਾਹ ਹੁੰਦੀ ਹੈ ਕਿ ਉਹਨੇ ਅੰਮ੍ਰਿਤ ਛਕ ਲਿਆ। ਬੜੇ ਵਾਰੀ ਇਹੋ ਜਿਹੇ ਮਾਮਲੇ ਜਿਹੜੇ ਉਹ ਸਾਹਮਣੇ ਆਏ, ਕਿਉਂ ਨਾ ਸੁਖਬੀਰ ਸਿੰਘ ਬਾਦਲ ਹੀ ਕਿਉਂ ਨਾ ਹੋਣ, ਜਦੋਂ ਪ੍ਰਧਾਨ ਲੱਗੇ ਸੀ ਉਹਨਾਂ ਅੰਮ੍ਰਿਤ ਛਕਿਆ ਸੀ, ਉਸ ਤੋਂ ਬਾਅਦ ਫਿਰ ਉਹੀ ਕੁਛ। ਤੁਹਾਨੂੰ ਲੱਗਦਾ ਨਹੀਂ ਗਾ ਫਿਰ ਇਹ ਸਭ ਵਿਖਾਵਾ ਹੀ ਕਰ ਰਹੇ ਨੇ? ਅਸਲ 'ਚ ਵੀਰ ਜੀ ਇਹ ਤਾਂ ਗੱਲਾਂ ਹੋਰ ਆ ਨਾ, ਜਿਹੜਾ ਮਤਲਬ ਕਹਿ ਲਓ ਵੀ ਸਾਡੀ ਪੰਥਕ ਤੌਰ 'ਤੇ ਕਮਜ਼ੋਰੀ ਆ ਗਈ। ਸਾਡੀ ਮਤਲਬ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਨੂੰ ਸਮਰਪਿਤ ਸੀ, ਬੜੀਆਂ ਮਤਲਬ ਕਿ ਕਹਿ ਲਓ ਵੀ ਕੁਰਬਾਨੀਆਂ ਦੇ ਨਾਲ ਇਹ ਪੈਦਾ ਹੋਇਆ। ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਸਾਡੀ ਜਮਾਤ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ, ਇਹ 'ਚ ਨਿਘਾਰ ਆਉਂਦਾ ਗਿਆ। ਸਿਰਫ ਕੁਰਸੀ ਦੀ ਲਾਲਸਾ ਨੇ ਇਹਨਾਂ ਨੂੰ ਇੱਥੋਂ ਤੱਕ ਧੱਕ ਕੇ ਰੱਖਤਾ। ਮਤਲਬ ਇਹਨਾਂ ਨੂੰ ਸਿਰਫ ਕੁਰਸੀ ਦਿਸਣ ਲੱਗੀ, ਪੰਥ ਤੇ ਪੰਜਾਬੀਅਤ ਗੁਰੂ ਸਾਹਿਬ ਇਹ ਤੋਂ ਮੂੰਹ ਮੋੜ ਲਿਆ। ਤੇ ਪਰ ਇਹ ਹਾਲਾਤ ਕੀ ਹੋਏ ਆ, ਮਤਲਬ ਹੁਣ ਇਹ ਵੀ ਇਹਨਾਂ ਨੂੰ ਵੀ ਭਲੀ ਭਾਂਤ ਪਤਾ ਵੀ ਸਾਡੀਆਂ ਜਿਹੜੀਆਂ ਕੀਤੀਆਂ ਹੋਈਆਂ ਗਲਤੀਆਂ, ਸਾਡੀਆਂ ਕੀਤੀਆਂ ਕਰਤੂਤਾਂ ਹੱਥਾਂ ਨਾਲ ਦਿੱਤੀਆਂ ਗੰਢਾਂ ਹੁਣ ਮੂੰਹਾਂ ਨਾਲ ਵੀ ਖੁੱਲ ਰਹੀਆਂ, ਇਹਨਾਂ ਨੂੰ ਭੁਗਤਣਾ ਵੀ ਪੈ ਰਿਹਾ। ਇਹ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ, ਉਹਦੀ ਕਹਿ ਲਓ ਰਜਾ, ਕਹਿ ਲਓ ਖੇਡ ਆ ਨਾ, ਵੀ ਉਹ ਤਾਂ ਜਿਹੜਾ ਗੁਰੂ ਦੇ ਦਰ ਨਾਲ ਮੱਥਾ ਲਾਉਂਦਾ ਤੇ ਉਹ ਤਾਂ ਕਹਿ ਲਓ ਵੀ ਉਹ ਬਰਬਾਦ ਹੁੰਦਾ। ਇਹੀ ਹਾਲਾਤ ਹੁਣ ਅਕਾਲੀ ਦਲ ਦੇ ਬਣੇ ਹੋਏ ਆ, ਡਾਊਨਫਾਲ ਜਾ ਰਿਹਾ। ਇਹ ਕਿਉਂ ਡਾਊਨਫਾਲ? ਕਿਉਂਕਿ ਗੁਰੂ ਪੰਥ ਤੋਂ ਗੁਰੂ ਗ੍ਰੰਥ ਤੋਂ ਮੂੰਹ ਮੋੜ ਲਿਆ। ਇਹੀ ਕਾਰਨ। ਤੇ ਜੇ ਇਹ ਐਵੇਂ ਮਜ਼ਾਕ ਬਣਾਉਂਦੇ ਸੀ ਕਦੇ ਗੁਰੂ ਸਾਹਿਬ ਦਾ ਜਾਂ ਗੁਰੂ ਸਾਹਿਬ ਦੀ ਮਰਜ਼ਾਦਾ ਦਾ, ਤੇ ਅੱਜ ਇਹ ਮਜ਼ਾਕ ਦਾ ਪਾਤਰ ਬਣੇ ਬੈਠੇ ਆ ਜੀ। ਇੱਥੇ ਨਾ ਇੱਕ ਬੜਾ ਵੱਡਾ ਸਵਾਲ ਉੱਠਦਾ ਹੈ, ਅਕਸਰ ਸਾਨੂੰ ਵੀ ਲੋਕ ਸਵਾਲ ਕਰ ਰਹੇ ਨੇ ਵੀ ਤੁਸੀਂ ਮੀਡੀਆ 'ਚ ਕੰਮ ਕਰਦੇ ਹੋ, ਸਵਾਲ ਨੂੰ ਸਾਹਮਣੇ ਲਿਆਂਦਾ ਜਾਵੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਏਰੀਏ ਦੇ ਵਿੱਚ ਬੇਅਦਬੀ ਹੁੰਦੀ ਹੈ, ਜੇ ਗੱਲ ਕਰ ਲਈਏ ਤਾਂ ਉਹ ਕਹਿੰਦੇ ਨੇ ਹੁਣ ਜਿਹੜੇ ਸਰੂਪ ਲਾਪਤਾ ਹੋਏ ਨੇ, ਕਿਤੇ ਇਹ ਤਾਂ ਨਹੀਂ ਵੀ ਉਤੋਂ ਸਰੂਪ ਜਿਹੜੇ ਇਹ ਸਾਈਡ ਤੇ ਕਰਕੇ ਜਾਂ ਪੰਥ ਦੁਖੀਆਂ ਨੇ ਖਰੀਦ ਲਏ ਹੋਣ ਜਾਂ ਕੀਮਤ ਵੱਧ ਭਰ ਦਿੱਤੀ ਹੋਵੇ। ਜਦੋਂ ਇਹਨਾਂ ਨੇ ਸਿਫਾਰਸ਼ਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਉਹ ਦਿੱਤੇ ਜਾਂਦੇ ਸੀਗੇ ਵੀ ਫਲਾਣਾ ਸਿੰਘ ਆ ਰਿਹਾ ਜੀ, ਉਹਨੂੰ ਸਰੂਪ ਦੇ ਦਿਓ, SGPC ਮੈਂਬਰ ਦਾ ਫੋਨ ਆਇਆ ਹੈ, ਕੋਈ ਰਿਕਾਰਡ ਨਹੀਂ ਇਹਨਾਂ ਰੱਖਿਆ ਗਾ। ਹੁਣ ਇਹ ਗੱਲਾਂ ਸਾਹਮਣੇ ਆ ਰਹੀਆਂ, ਕਿਤੇ ਤਾਂ ਉਤੋਂ ਤਾਂ ਨਹੀਂ ਐਵੇਂ ਹੋ ਗਿਆ? ਹੋ ਸਕਦਾ ਵੀਰ ਜੀ, ਕੁਝ ਵੀ ਹੋ ਸਕਦਾ। ਹੁਣ ਸ਼੍ਰੋਮਣੀ ਕਮੇਟੀ ਤੇ ਵਿਸ਼ਵਾਸ ਹੀ ਨਹੀਂ ਰਿਹਾ ਜੀ ਹੁਣ, ਕਿਉਂਕਿ ਹੁਣ ਵਿਸ਼ਵਾਸ ਕਿਵੇਂ ਕਰਾਂਗੇ? ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਆ, ਉਹ ਤਾਂ ਆਪ ਜਦੋਂ CBI ਨੇ ਜਾਂਚ ਸ਼ੁਰੂ ਕੀਤੀ ਆ ਗੁਰਮੀਤ ਰਾਮ ਰਹੀਮ ਦੀ, ਤੇ ਉਹਦੇ ਪ੍ਰੇਮੀਆਂ ਨੇ ਸੰਗਰੂਰ ਧਰਨਾ ਤੇ DC ਦਫ਼ਤਰ ਮੂਹਰੇ ਵੀ ਭਾਈ ਉਹ ਸੈਂਟਰ ਸਰਕਾਰ ਤੱਕ ਭੇਜੋ, ਸਾਡੇ ਪਿਤਾ ਜੀ ਦੇ ਖਿਲਾਫ CBI ਜਾਂਚ ਬੰਦ ਕੀਤੀ ਜਾਵੇ। ਉਹਨਾਂ ਪ੍ਰੇਮੀਆਂ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਖੁਦ ਸ਼ਾਮਲ ਸੀਗਾ। ਵੀ ਇਹ ਤਾਂ ਆਪ ਗੋਬਿੰਦ ਸਿੰਘ ਲੌਂਗੋਵਾਲ ਤਾਂ ਡੇਰਾ ਪ੍ਰੇਮੀਆਂ ਨਾਲ ਹੱਥ 'ਚ ਤਖਤੀਆਂ ਫੜ ਕੇ ਕਹਿੰਦੇ ਮੇਰੇ ਦਿਲ ਨੂੰ ਭਾਵਨਾ ਨੂੰ ਸੱਟ ਪਹੁੰਚੀ ਆ, ਪਿਤਾ ਜੀ ਗੁਰਮੀਤ ਰਾਮ ਰਹੀਮ ਤੇ ਤੁਸੀਂ ਪਰਚਾ ਨਾ ਦਰਜ ਕਰੋ। CBI ਰਿਪੋਰਟ ਜਿਹੜੀ 'ਚ ਸਜ਼ਾ ਹੋਈ ਅੱਜ ਸੁਨਾਰੀਆ ਜੇਲ੍ਹ 'ਚ ਬੈਠਾ। ਹੁਣ ਜਿਹੜਾ ਬੰਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਉਹਦੀਆਂ ਭਾਵਨਾਵਾਂ ਗੁਰਮੀਤ ਰਾਮ ਰਹੀਮ ਨਾਲ ਜੁੜੀਆਂ ਹੋਈਆਂ, ਤੇ ਉਹ ਜਿਹੜੇ ਉਹ ਸਾਰਾ ਤਾਣਾ ਬਾਣਾ, ਇਹ ਤਾਂ ਮਤਲਬ ਕਹਿ ਲਓ ਵੀ ਜੋ ਸੁਣਦੇ ਆ ਸੱਚ ਹੀ ਲੱਗਦਾ। ਇਹਨਾਂ ਨੇ ਕੀ ਪਤਾ ਇਹ ਪੰਥ ਦੋਖੀਆਂ ਦੇ ਹੱਥਾਂ ਸਰੂਪ ਦਿੱਤੇ ਆ, ਕਿੱਥੇ ਦਿੱਤੇ ਆ, ਉਹ ਤਾਂ ਹੁਣ ਸਾਰੀ ਜਾਂਚ ਦਾ ਹਿੱਸਾ ਨਾ। ਇਹੀ ਤਾਂ ਪੂਰੀ ਦੁਨੀਆ 'ਚ ਵੱਸਦੇ ਸਿੱਖ ਇਮਾਨਦਾਰ ਲੋਕ ਇਹੀ ਤਾਂ ਚਾਹੁੰਦੇ ਵੀ ਇਹ ਗੱਲ ਨੂੰ ਨੰਗੀ ਕਰੋ ਤੁਸੀਂ। ਉਹ ਸਰੂਪ ਗਏ ਕਿੱਥੇ? ਪਬਲੀਕੇਸ਼ਨ ਡਿਪਾਰਟਮੈਂਟ 'ਚੋਂ ਛਪੇ ਨੇ, ਬਾਹਰ ਗਏ ਆ। ਕੱਲਾ ਇਹ ਨਹੀਂ ਵੀ ਕਾਗਜ਼ਾਂ 'ਚ ਹੇਰਾ ਫੇਰੀ ਵੀ ਬਾਹਰ ਨਿਕਲੇ ਨੇ। ਰਿਪੋਰਟ 'ਚ ਦੱਸਿਆ ਵੀ 328 ਸਰੂਪ ਬਾਹਰ ਗਏ ਨੇ। ਕੱਲੇ 328 ਨਹੀਂ, ਹੋਰ ਹਜ਼ਾਰਾਂ ਦੀ ਗਿਣਤੀ ਸਾਹਮਣੇ ਆਉਣਗੇ ਜਦੋਂ ਇਹਦੀ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਹੋਏਗੀ। ਆਖਰ ਗਏ ਕਿੱਥੇ?
ਹਾਂ ਇਹੀ ਤਾਂ ਸਵਾਲ ਹੈ ਵੀ ਦਿੱਤੇ ਕਿਹਨੂੰ ਆ ਉਹ, ਕੀ ਪਤਾ ਇਹਨਾਂ ਨੇ ਕਿਸੇ ਡੇਰੇਦਾਰ ਨੂੰ ਦਿੱਤੇ ਆ, ਕਿਸੇ ਦੇਹਧਾਰੀ ਗੁਰੂ ਨੂੰ ਦਿੱਤੇ ਆ, ਜਾਂ ਉਹ ਪੰਥ ਦੋਖੀਆਂ ਕੋਲੇ ਗਿਆ। ਸਵਾਲ ਉੱਠਿਆ ਨਾਗਪੁਰ ਵੀ ਪਹੁੰਚਾਏ ਜਾ ਸਕਦੇ ਆ। ਇੱਕ ਗਾਇਕ ਸੀਗਾ ਵੀਰੋ ਨੇ ਸਵਾਲ ਉਠਾਇਆ ਵੀ ਦੱਸੋ ਫਿਰ ਹੁਣ ਲੋਕ ਤਾਂ ਸਵਾਲ ਕਰਨਗੇ ਵੀ ਜੇ ਤੁਸੀਂ ਦੱਸਦੇ ਨਹੀਂ ਕਿੱਥੇ ਗਏ ਆ, ਚਾਹੇ ਤਾਂ ਤੁਸੀਂ 328 ਸਰੂਪਾਂ ਦਾ ਡੇਟ ਵਾਈਜ਼ ਵੇਰਵਾ ਦੇ ਦਿਓ ਵੀ ਇੰਨੀ ਤਰੀਕ ਨੂੰ ਫਲਾਣਾ ਸਿੰਘ ਕੋਲੇ ਗਿਆ, ਇੰਨੀ ਤਰੀਕ ਨੂੰ ਫਲਾਣਾ ਸਿੰਘ, ਆਹ ਦਾ ਰਿਕਾਰਡ ਆ ਵੀ ਸਾਡੇ ਕੋਲੇ ਲੱਭ ਗਿਆ ਰਿਕਾਰਡ, ਚਾਹੇ ਤਾਂ ਤੁਸੀਂ ਰਿਕਾਰਡ ਦਿਓ, ਉਹ ਬੰਦੇ ਪੇਸ਼ ਕਰੋ ਵੀ ਇਸ ਤਰੀਕ ਲੈ ਗਿਆ। ਨਹੀਂ ਤਾਂ ਫਿਰ ਸਵਾਲ ਉੱਠਣਗੇ, ਕਟਹਿਰੇ 'ਚ ਖੜਾ ਕਰਨਗੇ ਲੋਕ ਲੌਂਗੋਵਾਲ ਵਰਗਿਆਂ ਨੂੰ ਵੀ ਦੱਸੋ ਸਰੂਪ ਗਏ ਕਿੱਥੇ। ਇਹ ਤੁਹਾਡੇ ਪਿਓ ਦੀ ਜਾਇਦਾਦ ਨਹੀਂ ਹੈਗੀ, ਪੰਥ ਦੀ ਜਾਇਦਾਦ ਆ। ਗੁਰੂ ਗ੍ਰੰਥ ਸਾਹਿਬ ਕਰਕੇ ਸਾਨੂੰ ਰੋਟੀ ਮਿਲਦੀ ਆ, ਤੇ ਗੁਰੂ ਗ੍ਰੰਥ ਸਾਹਿਬ ਕਰਕੇ ਕਿਰਪਾਨਾਂ ਪਾਈਆਂ, ਗੁਰੂ ਗ੍ਰੰਥ ਸਾਹਿਬ ਕਰਕੇ ਲੌਂਗੋਵਾਲ ਕੁਰਸੀ ਤੇ ਬੈਠਾ ਪ੍ਰਧਾਨ ਬਣਿਆ ਇਹ, ਤੇ ਉਸੇ ਗੁਰੂ ਗ੍ਰੰਥ ਸਾਹਿਬ ਨਾਲ ਗਦਾਰੀਆਂ ਕਰਦੇ ਦੁਸ਼ਟ ਭਰਨਗੇ ਕਿੱਥੇ। ਇਹ ਤਾਂ ਮੰਨ ਲਿਆ ਵੀ ਜਿਹੜੇ ਇਹ ਕਹਿੰਦੇ ਆ ਵੀ ਸਾਡੇ ਰਿਕਾਰਡ 'ਚ ਹੈਗੇ ਆ ਉਹ ਪੇਸ਼ ਕਰਾਂਗੇ, ਪਰ ਕਰ ਨਹੀਂ ਰਹਿ ਗਏ। ਜਿੱਥੇ ਛਾਪਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਛਾਪਾ ਹੀ ਕਹਿ ਲਾਂਗੇ, ਉੱਥੇ ਜੇ ਛਾਪਿਆ ਜਾਂਦਾ ਹੋ ਸਕਦਾ ਵੀ ਉੱਥੇ ਜਿਹੜੀ ਗਿਣਤੀ ਜਿਹੜਾ ਛਾਪਣ ਵਾਲੇ, ਜੇ ਇੱਥੇ ਇੰਨੀ ਵੱਡੀ ਅਣਗਹਿਲੀ ਹੋ ਸਕਦੀ ਹੈ ਛਾਪਣ ਵਾਲੇ ਤੇ ਪੂਰੀ ਨਿਗਾਹ ਨਾ ਹੋਵੇ, ਉੱਥੇ ਜਿੱਥੇ 100 ਛਾਪਣਾ ਹੋ ਸਕਦਾ ਉਸੇ ਪ੍ਰਿੰਟ ਕਲਰ ਦੇ ਵਿੱਚ ਉਹ 150 ਛਾਪ ਦਿੰਦਾ ਹੋਵੇ, 50 ਪਹਿਲਾਂ ਹੀ ਸਾਈਡ ਤੇ ਕਰੀ ਜਾਂਦਾ। ਬਿਲਕੁਲ ਵੀਰ ਜੀ, ਉਹ ਇਹ ਵੀ ਗੱਲ ਸਾਹਮਣੇ ਆਈ ਵੀ ਜਿਹੜੇ ਐਕਸਟਰਾ ਪੇਜ ਦਿੱਤੇ ਜਾਂਦੇ ਸੀਗੇ, ਉਹ ਮੀਤ ਸਕੱਤਰ ਗੁਰਚਰਨ ਸਿੰਘ ਉਹ ਵਾਪਸ ਨਹੀਂ ਦਿੱਤੇ ਜਿਹੜੇ ਐਕਸਟਰਾ ਪੇਜ। ਹਾਂ ਉਹ ਐਕਸਟਰਾ ਪੇਜਾਂ ਤੋਂ ਦੇਖੋ ਈਸ਼ਰ ਸਿੰਘ ਸੀਗਾ, ਸੌਰੀ ਜਿਹੜੇ ਕਮਲਜੀਤ ਸਿੰਘ, ਉਹਨੇ ਐਕਸਟਰਾ ਪੇਜ ਵਾਪਸ ਨਹੀਂ ਕੀਤੇ, ਉਹਨਾਂ ਤੋਂ ਸਰੂਪ ਛਪਾਲੇ ਸੀ। ਆਹ ਜਿਹੜੀ ਤੁਸੀਂ ਗੱਲ ਕਹੀ ਇਹ ਤਾਂ ਹੋ ਚੁੱਕੀ ਆ। ਐਕਸਟਰਾ ਜਿਹੜੇ ਪੇਜ ਦਿੱਤੇ ਜਾਂਦੇ ਸੀਗੇ, ਅੰਗ ਦਿੱਤੇ ਜਾਂਦੇ ਸੀ, ਉਹਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਤਿਆਰ ਕਰੀ ਬੈਠੇ ਸੀ। ਤਾਂ ਉਹਨਾਂ ਦੀ ਜਲਦਸਾਜ਼ੀ ਨਹੀਂ ਸੀ, ਲੋਕਡਾਊਨ ਹੋ ਗਿਆ, ਜਲਦਸਾਜ਼ੀ ਨਹੀਂ ਸੀ, ਨਹੀਂ ਤਾਂ ਇਹਨਾਂ ਨੇ ਉਹਦੇ 'ਚ ਰਿਕਾਰਡ ਪੂਰੇ ਕਰ ਦੇਣੇ। ਹੁਣ ਥੋੜਾ ਸਕੰਜਾ ਕਸਿਆ, ਹੁਣ ਤਾਂ ਜੇ ਕਰਨਗੇ ਵੀ ਲੋਕਾਂ ਸਾਹਮਣੇ ਆ ਗਿਆ ਨਾ ਯਕੀਨ, ਹੁਣ ਤਾਂ ਮਤਲਬ ਕਹਿ ਲਓ ਪਰਦਾ ਚੱਕਿਆ ਗਿਆ। ਹੁਣ ਤਾਂ ਇਹ ਜੋ ਵੀ ਕਰਕੇ ਹੁਣ ਤਾਂ ਜੇ ਐਂ ਵੀ ਕਹਿ ਦੇਣ ਵੀ ਨਾ ਜੀ ਸਾਡੇ ਤਾਂ ਪੂਰੇ ਪਏ ਆ, ਦਿਖਾ ਦੇਣ ਆਹ ਪਿਆ ਸਰੂਪ, ਤਾਂ ਵੀ ਮੰਨਣੇ ਲੋਕਾਂ ਨੇ, ਕਿਉਂਕਿ ਇਹ ਝੂਠੇ ਆ ਤਾਂ ਪੈਰ ਤੇ ਮੁੱਕਰਦੇ ਇਹ। ਚਲੋ ਇਹ ਜਿਹੜਾ ਬੜਾ ਜਾਂਚ ਦਾ ਵੱਡਾ ਵਿਸ਼ਾ ਹੈ।